ਜੇ ਤੁਸੀਂ 2017 ਦੀ ਜਿਹੜੀਆਂ ਚੋਣਾਂ ਦੇਖ ਲਓ, ਉਹਦੇ ਵਿੱਚ ਇੱਕ ਹਨੇਰੀ ਆਈ ਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉੱਡ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪਟਿਆਲੇ ਨਵਜੋਤ ਸਿੰਘ ਸਿੱਧੂ ਇਲੈਕਸ਼ਨ ਲੜ ਲਏ ਤੇ ਉਹਦਾ ਭੁਲੇਖਾ ਕੱਢ ਦਾਂਗੇ। ਉਧਰੋਂ ਤਾਂ ਜੇ ਸਿੰਘ ਹੋਣੀ ਕਹਿੰਦੇ ਆ ਕਿ ਕੈਪਟਨ ਵੀ ਇੱਕ ਵਾਰੀ ਪਟਿਆਲੇ ਦੇ ਵਿੱਚ ਹਾਰ ਚੁੱਕੇ ਨੇ, ਉਹ ਇਸ ਗੱਲ ਨੂੰ ਭੁੱਲਣ ਨਾ। ਪੰਜਾਬ ਵਾਸੀਆਂ ਨੇ ਜਿਹੜੇ ਚੀਜ਼ਾਂ ਦੇ ਇਨਸਾਫ ਲਈ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲ ਵੇਖ ਰਹੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਅੱਜ ਨਿਰਾਸ਼ ਨੇ। ਕਿ ਲੋਕ ਕੁਝ ਜ਼ਿਆਦਾ ਖੁਸ਼ ਨਹੀਂ ਹੈਗੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਹੈ ਜਾਂ ਉਹਨਾਂ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹਦੇ ਤੋਂ। ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਸਾਰੇ ਕਿਤੇ ਨਾ ਕਿਤੇ ਇਹਨਾਂ ਦੋਹਾਂ ਦੀ ਲੜਾਈ ਦੇ ਵਿੱਚ ਦੱਬ ਕੇ ਰਹਿ ਗਏ ਨਜ਼ਰ ਆ ਰਹੇ। ਮੈਨੂੰ ਤਾਂ ਸੁਰਜੀਤ ਪਾਤਰ ਹੋਣਾ ਦੀਆਂ ਉਹ ਜਿਹੜੀਆਂ ਸਤਰਾਂ ਯਾਦ ਆਉਂਦੀਆਂ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ? ਇਹ ਕਦੋਂ ਤੱਕ ਇੱਥੇ ਇਨਸਾਫ ਲਈ ਖੜੇ ਰਹਿਣਗੇ ਲੋਕ? ਜ਼ਰੂਰਤ ਹੈ ਸਾਨੂੰ ਐਂਬੂਲੈਂਸਾਂ ਦੀ, ਜ਼ਰੂਰਤ ਹੈ ਸਾਨੂੰ ਦਵਾਈਆਂ ਦੀ, ਜ਼ਰੂਰਤ ਹੈ ਸਾਨੂੰ ਆਕਸੀਜਨ ਦੀ, ਨਾ ਕਿ ਜ਼ਰੂਰਤ ਹੈ ਸਾਨੂੰ 3-3000 ਕਰੋੜ ਰੁਪਏ ਦੇ ਬੁੱਤਾਂ ਦੀ ਤੇ 4-4000 ਕਰੋੜ ਰੁਪਏ ਦੀਆਂ ਇਮਾਰਤਾਂ ਦੀ। ਮੈਂ ਸਮਾਰਟਫੋਨ ਇਸ ਵੇਲੇ ਦਿੱਤੇ ਜਾਣ ਦੇ ਸਖਤ ਵਿਰੋਧੀ ਹਾਂ, ਕਿਉਂਕਿ ਇਹ ਉਹ ਵੇਲਾ ਨਹੀਂ ਹੈ ਕਿ ਜਦੋਂ ਤੁਸੀਂ ਸਮਾਰਟਫੋਨ ਵੰਡੋ। ਇਹ ਉਹ ਵੇਲਾ ਜਦੋਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣੇ ਸਪਸ਼ਟ ਕਹਿੰਦੇ ਨੇ ਕਿ ਇਹਨਾਂ ਦੇ ਵਿਰੁੱਧ ਜਾਂਚ ਹੋ ਚੁੱਕੀ ਹੈ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ, ਤੇ ਇਹਨਾਂ ਦੇ ਖਿਲਾਫ ਚਲਾਨ ਪੇਸ਼ ਕਰੋ। ਅਸ਼ੋਕਾ ਦੀ ਆਖਰੀ ਜਿਹੜੀ ਜੰਗ ਹੋਈ ਸੀ ਉਹਦੇ ਵਿੱਚ ਬੇਸ਼ੱਕ ਅਸ਼ੋਕ ਜਿਹੜਾ ਸੀ ਕਲਿੰਗਾ ਦੀ ਜੰਗ ਦੇ ਵਿੱਚ ਜਿੱਤ ਗਿਆ ਸੀ, ਪਰ ਇਹਦੇ ਬਾਵਜੂਦ ਵੀ ਅਸ਼ੋਕਾ ਜਿੱਤਣ ਤੋਂ ਬਾਵਜੂਦ ਵੀ ਫੁੱਟ ਕੇ ਰੋਇਆ ਸੀ ਕਿ ਮੈਂ ਹੁਣ ਰਾਜ ਕਿਤੇ ਤੇ ਕਰਾਂਗਾ। ਮੇਰੇ ਕੋਲ ਜਿਹੜੇ ਲੋਕ ਨੇ ਉਹ ਮਰ ਗਏ ਨੇ। ਗੋਲੀ ਪੁਲਿਸ ਨੇ ਚਲਵਾਈ ਕਿਹਨੇ ਜਾਂਚ ਦਾ ਵਿਸ਼ਾ ਹੈ, ਪਰ ਇਹਦੇ ਤੇ ਹੁਣ ਜਾਂਚ ਤਾਂ ਹੋਵੇ ਨਾ, ਤਾਂ ਜਾਂਚ ਹੀ ਬੰਦ ਹੋ ਗਈ। ਤੁਸੀਂ ਕਹਿੰਦੇ ਹੋ ਵੀ ਕੇਸ ਬੰਦ ਹੋ ਚੁੱਕਿਆ ਉੱਥੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ। ਮੇਰਾ ਨਾਮ ਹੈ ਬੋਨੀ ਬਿੰਦਰਾ। ਅੱਜ ਫਿਰ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਇੱਕ ਡਿਬੇਟ ਲੈ ਕੇ। ਅੱਜ ਅਸੀਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਬਦਲਦੇ ਤੇਵਰਾਂ ਦੀ, ਤੇ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਇਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਇਹਨਾਂ ਦੋਨਾਂ ਦੀ ਜਿਹੜੀ ਆਪਸੀ ਲੜਾਈ ਹੈ ਉਹਦਾ ਪੰਜਾਬ ਦੇ ਵਿੱਚ ਆਪਸੀ ਤਣਾਅ ਹੈ, ਮਾਫ ਕਰਨਾ, ਉਹਦਾ ਪੰਜਾਬ ਦੇ ਉੱਪਰ ਕੀ ਅਸਰ ਪਏਗਾ। ਸਾਡੇ ਨਾਲ ਨਹੀਂ ਗੱਲਬਾਤ ਕਰਨ ਲਈ ਸਾਡੇ ਐਡੀਟਰ ਇਨ ਚੀਫ ਸਰਦਾਰ ਕੁਲਵੰਤ ਸਿੰਘ ਜੀ। ਕੁਲਵੰਤ ਜੀ ਬਹੁਤ ਬਹੁਤ ਸਵਾਗਤ ਹੈ। ਬਹੁਤ ਧੰਨਵਾਦ ਜੀ। ਕੁਲਵੰਤ ਜੀ, ਪਰਸੋਂ ਦੀ ਗੱਲ ਕਰੀਏ, ਪਿਛਲੇ ਕੁਝ ਸਮੇਂ ਦੀ ਗੱਲ ਕਰੀਏ, ਲਗਾ ਲਓ ਕੁਝ 2 ਮਹੀਨੇ ਦੇ ਜਿਹੜਾ ਆਪਾਂ ਟਾਈਮ ਪੀਰੀਅਡ ਆਉਂਦਾ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਬੜੇ ਅਜੀਬ ਸੁਰ ਪਕੜੇ ਹੈ। ਇਸ ਤੋਂ ਪਹਿਲਾਂ ਉਹ ਸ਼ਾਂਤ ਸੀਗੇ, ਕਰੋਨਾ ਕਾਲ ਦੇ ਵਿੱਚ ਸ਼ਾਂਤ ਰਹੇ। ਉਹਨਾਂ ਨੇ ਆਪਣਾ YouTube ਚੈਨਲ ਇੱਕ ਬਣਵਾ ਲਿਆ ਸੀਗਾ, ਜਿੱਤੇਗਾ ਪੰਜਾਬ। ਅੱਜ ਦੇ ਆਪਾਂ ਡਿਬੇਟ ਦਾ ਜਿਹੜਾ ਟਾਈਟਲ ਆ ਉਹ ਹੀ ਰੱਖਿਆ ਕਿ ਦੋ ਸਿੱਧੂਆਂ ਦੇ ਜਿਹੜਾ ਆਪਸੀ ਰੰਜਿਸ਼ ਹੈ ਉਹਦੇ ਵਿੱਚ ਕੀ ਪੰਜਾਬ ਹਾਰੇਗਾ। ਨਵਜੋਤ ਸਿੰਘ ਸਿੱਧੂ ਹੁਣ ਕੱਲ੍ਹ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਪਟਿਆਲੇ ਨਵਜੋਤ ਸਿੰਘ ਸਿੱਧੂ ਇਲੈਕਸ਼ਨ ਲੜ ਲਏ ਤੇ ਉਹਦਾ ਭੁਲੇਖਾ ਕੱਢ ਦਾਂਗੇ, ਜਿਵੇਂ ਜੇ ਸਿੰਘ ਉਹਨਾਂ ਦਾ ਨਿਕਲਿਆ ਸੀ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਇਹਨਾਂ ਦੋਨਾਂ ਦੀ ਲੜਾਈ ਦੇ ਵਿੱਚ ਬਾਜ਼ੀ ਕੋਈ ਹੋਰ ਮਾਰ ਜਾਏਗਾ? ਬਾਜ਼ੀ ਕੋਈ ਹੋਰ ਮਾਰ ਜਾਏਗਾ ਇਹ ਤਾਂ ਹਾਲੇ ਭਵਿੱਖ ਦੇ ਗਰਭ 'ਚ ਨਹੀਂ, ਬਟ ਇੰਨਾ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਇਹਦੇ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋਣ ਜਾ ਰਿਹਾ ਜੀ। ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਸਾਰੇ ਕਿਤੇ ਨਾ ਕਿਤੇ ਇਹਨਾਂ ਦੋਹਾਂ ਦੀ ਲੜਾਈ ਦੇ ਵਿੱਚ ਦੱਬ ਕੇ ਰਹਿ ਗਏ ਨਜ਼ਰ ਆ ਰਹੇ ਨੇ। ਹਾਲਾਤ ਇੱਦਾਂ ਦੇ ਬਣ ਚੁੱਕੇ ਨੇ ਕਿ ਹੁਣ ਸਾਰਿਆਂ ਦੀ ਨਜ਼ਰ ਜਿੱਥੇ ਪਹਿਲਾਂ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਉੱਤੇ ਸੀਗੀ ਕਿ ਸ਼ਾਇਦ ਇੱਥੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਤੇ ਇਸ ਕਰਕੇ ਸੀ ਕਿਉਂਕਿ ਉਹ ਮੁੱਖ ਮੰਤਰੀ ਸੀ ਤੇ ਉਹਨਾਂ ਤੋਂ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਸੀ ਵੀ ਕਿ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਸਾਨੂੰ ਇਨਸਾਫ ਮਿਲੇਗਾ, ਖਾਸ ਕਰਕੇ ਬੇਅਦਬੀ ਤੇ ਗੋਲੀਕਾਂਡ ਦੇ ਮੁੱਦਿਆਂ ਦੇ ਉੱਤੇ। ਉਹਨਾਂ ਨੇ ਜੋ ਕੁਝ ਵੀ ਵਾਅਦੇ ਕੀਤੇ ਸੀ ਕਿ ਉਹ ਪੂਰੇ ਹੋਣਗੇ, ਪਰ ਉਹ ਜਿਹੜੀ ਸਾਰੀ ਚੀਜ਼ ਸੀਗੀ ਉਹਦੇ ਬਾਰੇ ਉਹ ਕਿਤੇ ਨਾ ਕਿਤੇ ਜਿਹੜੀ ਉਹ ਹਾਲੇ ਤੱਕ ਫੇਲ ਨਜ਼ਰ ਆ ਰਹੇ ਨੇ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਕੱਦ ਨਜ਼ਰ ਆ ਰਿਹਾ ਸੀਗਾ ਰਾਜਨੀਤੀ ਦੇ ਵਿੱਚ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਬੇਬਾਕ ਤਰੀਕੇ ਨਾਲ ਮੁੱਦੇ ਚੱਕੇ ਸੀਗੇ, ਉਹਨਾਂ ਨੂੰ ਦੇਖਦਿਆਂ ਲੋਕਾਂ ਦੀ ਇੱਕ ਆਸ ਬੱਝੀ ਸੀਗੀ ਕਿ ਅਸੀਂ ਇਸ ਨੂੰ ਲੈ ਕੇ ਵੀ ਇਹ ਕੱਲ੍ਹ ਨੂੰ ਸਾਨੂੰ ਇਹ ਬੰਦਾ ਜਿਹੜਾ ਅੱਗੇ ਜੇ ਰਾਜਨੀਤੀ ਚਾਹੁੰਦਾ ਤਾਂ ਉਹਦੇ ਤੋਂ ਇਨਸਾਫ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ ਤੇ ਪੰਜਾਬ ਦੇ ਸੁਧਾਰ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ। ਕੁਲਵੰਤ ਜੀ, ਇੱਥੇ 2 ਗੱਲਾਂ ਮੈਂ ਐਡ ਕਰੂੰਗਾ ਕਿ ਜਦੋਂ ਇਹਨਾਂ ਨੂੰ ਲੋਕਲ ਬਾਡੀਜ਼ ਦਾ ਆਪਾਂ ਡਿਪਾਰਟਮੈਂਟ ਦੇ ਦਿੱਤਾ ਗਿਆ ਸੀ, ਜਿਹੜਾ ਕਿ ਰਾਜਨੀਤਿਕ ਮਾਹਰਾਂ ਦੇ ਅਨੁਸਾਰ ਬੜਾ ਇੱਕ ਛੋਟਾ ਜਿਹਾ ਡਿਪਾਰਟਮੈਂਟ ਸੀਗਾ, ਪਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਸ ਤੋਂ ਬਾਅਦ ਹੀ ਜਲਿਆਂਵਾਲਾ ਬਾਗ ਦੇ ਉੱਪਰ ਵੀ ਵਧੀਆ ਉੱਥੇ ਉਹ ਸਾਰੀਆਂ ਕਰਵਾਈਆਂ, ਉਹਦੀ ਮੁਰੰਮਤ ਕਰਵਾਈ, ਸਾਰੀ ਲਾਈਮਲਾਈਟ ਦੁਬਾਰਾ ਜਿਹੜੀ ਆ ਉਹ ਖਿੱਚ ਕੇ ਆਪਣੇ ਵੱਲ ਲੈ ਗਏ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ। ਜਿਹਦੇ ਤੋਂ ਹੁਣ ਜੇ ਸਰਵੇ ਜਾਂ ਆਪਾਂ ਦੀ ਗੱਲ ਕਰਦੇ ਹਾਂ ਜਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਤੇ ਦੇਖਣ ਨੂੰ ਮਿਲਦਾ ਕਿ ਲੋਕ ਕੁਝ ਜ਼ਿਆਦਾ ਖੁਸ਼ ਨਹੀਂ ਹੈਗੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਹੈ ਜਾਂ ਉਹਨਾਂ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹਦੇ ਤੋਂ। ਵਿਰੋਧੀ ਧਿਰ ਭਗਵੰਤ ਮਾਨ ਹੋਣੀ ਨੇ ਉਹ ਵੀ ਖੁੱਲ੍ਹ ਕੇ ਮਤਲਬ ਕਹਿੰਦੇ ਨਜ਼ਰ ਆਏ ਨੇ ਕਿ ਅਮਰਿੰਦਰ ਸਿੰਘ ਹੋਣੀ ਤਾਂ ਰਾਜਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ, ਉਹ ਫਾਰਮ ਹਾਊਸ 'ਤੇ ਚਲੇ ਜਾਂਦੇ ਨੇ ਅਤੇ ਵਾਪਸ ਆ ਜਾਂਦੇ ਨੇ ਜਦੋਂ ਇਹਨਾਂ ਦਾ ਦਿਲ ਕਰਦਾ। ਅਤੇ ਹੁਣ ਇਸ ਸਭ ਦੇ ਦੌਰਾਨ ਭਗਵੰਤ ਮਾਨ ਦਾ ਇੱਕ ਹੋਰ ਬਿਆਨ ਸੀਗਾ ਕਿ ਜੇਕਰ ਸਿੱਧੂ ਪੰਜਾਬ ਦੇ
ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣਦੇ ਨੇ, ਚਿਹਰਾ ਬਣਦੇ ਨੇ, ਤਾਂ ਉਹਨਾਂ ਨੂੰ ਮਤਲਬ ਇਹਦੇ ਤੋਂ ਕੋਈ ਇਨਕਾਰ ਨਹੀਂ ਹੋਏਗਾ। ਦੇਖਦੇ ਹੋ ਸਿੱਧੂ ਨੂੰ ਆਪ ਦੇ ਵਿੱਚ ਜਾਂਦੇ? ਦੇਖੋ, ਆਪ ਦੇ ਵਿੱਚ ਸਿੱਧੂ ਜਾਣਗੇ ਤਾਂ ਇਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਜੋ ਕੁਛ ਵੀ ਇਸ ਵੇਲੇ ਹੁਣ ਤੱਕ ਜੋ ਕੁਛ ਕਾਂਗਰਸ ਦੇ ਵਿੱਚ ਉਹਨਾਂ ਦੇ ਨਾਲ ਹੋਇਆ, ਜਿਸ ਤਰੀਕੇ ਨਾਲ ਉਹਨਾਂ ਨੂੰ ਸਾਈਡਲਾਈਨ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ, ਉਹ ਫਿਰ ਕਿਤੇ ਨਾ ਕਿਤੇ ਜੇਕਰ ਉਹ ਨਿਕਲ ਕੇ ਦੂਜੀ ਪਾਰਟੀ 'ਚ ਜਾਂਦੇ ਨੇ ਤਾਂ ਫਿਰ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਫਿਰ ਉਹਨਾਂ ਨੂੰ ਕਾਮਯਾਬ ਮੰਨਿਆ ਜਾਏਗਾ ਵੀ ਹਾਂ ਉਹ ਕਾਮਯਾਬ ਹੋ ਗਏ ਆਪਣੀ ਉਹਦੇ ਵਿੱਚ ਕਿ ਕਿਸੇ ਨੂੰ ਕੱਟ ਕੇ ਇਹ ਅੱਗੇ ਨਹੀਂ ਆ ਸਕਦਾ। ਇਹਦੇ ਇਸ ਲਈ ਉਹ ਤਾੜੀਆਂ ਵਜਾ ਸਕਦੇ ਨੇ ਵੀ ਹਾਂ ਹੁਣ ਸਾਡੀ ਰਾਹ ਦਾ ਕੰਢਾ ਜਿਹੜਾ ਉਹ ਨਿਕਲ ਗਿਆ ਜੀ। ਅਤੇ ਇਹ ਚੀਜ਼ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਨਹੀਂ ਚਾਹੁੰਦੇ ਜੀ। ਨਿਕਲਣ ਨੂੰ ਉਹ ਅੱਜ ਤੋਂ ਬਹੁਤ ਦੇਰ ਪਹਿਲਾਂ ਨਿਕਲ ਸਕਦੇ ਸੀ, ਜਦੋਂ ਉਹਨਾਂ ਨੂੰ ਉੱਥੋਂ ਉਹਨਾਂ ਦਾ ਹਟਾਇਆ ਗਿਆ ਸੀ, ਉਹਨਾਂ ਨੂੰ ਮੰਤਰੀ ਦੇ ਉਹਨਾਂ ਦਾ ਜਿਹੜਾ ਪੋਰਟਫੋਲੀਓ ਚੇਂਜ ਕੀਤਾ ਗਿਆ ਸੀਗਾ, ਉਦੋਂ ਹੀ ਉਹ ਨਿਕਲ ਸਕਦੇ ਸੀ। ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਇਹਨਾਂ ਦੇ ਜਿਹੜਾ ਮੰਤਰਾਲਾ ਜਿਹੜਾ ਸਥਾਨਕ ਸਰਕਾਰਾਂ ਮਹਿਕਮਾ ਜਿਹੜਾ ਇਹਨਾਂ ਨੂੰ ਦਿੱਤਾ ਸੀ, ਉਹਨਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਜਿਹੜਾ ਸ਼ਹਿਰਾਂ ਦੇ ਵਿੱਚ ਕਾਂਗਰਸ ਦੀ ਹਾਰ ਹੋਈ ਹੈ, ਉਸ ਵੇਲੇ ਜਦੋਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਪੱਤਰਕਾਰ ਸੰਮੇਲਨ ਕੀਤਾ ਸੀ ਅਤੇ ਉਹਦੇ ਵਿੱਚ ਇਹ ਦਾਅਵਾ ਕੀਤਾ ਸੀ ਕਿ ਮੇਰੇ ਰਹਿੰਦਿਆਂ ਮੈਂ ਇੱਥੇ ਵਿਕਾਸ ਕੀਤੇ, ਆਹ ਮੈਨੂੰ ਪ੍ਰੋਜੈਕਟ ਮਿਲੇ, ਮੈਂ ਉਹਨਾਂ ਨੂੰ ਬਾਖੂਬੀ ਆਪਣੇ ਕੰਮ ਨੂੰ ਨਿਭਾਇਆ। ਅਤੇ ਉਸ ਚੀਜ਼ ਦਾ ਉਹਨਾਂ ਨੇ ਇੱਕ ਚੀਜ਼ ਦਾ ਸਬੂਤ ਦਿੱਤਾ, ਅਤੇ ਜਿਹੜੇ ਸਬੂਤ ਅਤੇ ਜਿਹੜੇ ਦਾਅਵੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਆਪਣੇ ਮਹਿਕਮੇ ਦੇ ਵਿਕਾਸ ਆਪਣੇ ਜਿਹੜਾ ਦਿੱਤੇ ਗਏ ਕੰਮ ਨੂੰ ਬਾਖੂਬੀ ਢੰਗ ਨਾਲ ਨਿਭਾਉਣ ਦੇ ਦਿੱਤੇ ਸੀ ਜਾਂ ਕੀਤੇ ਸੀ ਦਾਅਵੇ ਜੀ, ਤਾਂ ਉਹ ਦਾਅਵਿਆਂ ਅਤੇ ਜਿਹੜੇ ਸਬੂਤਾਂ ਨੂੰ ਕੋਈ ਵੀ ਇਨਕਾਰ ਨਹੀਂ ਕਰ ਸਕਿਆ। ਜਿਹੜੇ ਜੋ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਬਿਆਨ ਨਹੀਂ ਆਇਆ ਕਿਸੇ ਦਾ ਵੀ ਇਹ ਝੂਠ ਬੋਲ ਰਹੇ ਨੇ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਕੁਛ ਉਹਨਾਂ ਨੇ ਦਾਅਵੇ ਕੀਤੇ ਜਾਂ ਜੋ ਕੁਛ ਵੀ ਉਹਨਾਂ ਨੇ ਸਬੂਤ ਪੇਸ਼ ਕੀਤੇ ਉਹ ਸੱਚ ਸਨ, ਨਿਖੇਧੀ ਨਹੀਂ ਕਰ ਸਕਿਆ ਕੋਈ ਵੀ, ਉਹ ਸੱਚ ਸਨ। ਅਤੇ ਜੇਕਰ ਉਹ ਉਸ ਨਿਕਲ ਸਕਦੇ ਤਾਂ ਉਹ ਉਸ ਵੇਲੇ ਨਿਕਲ ਜਾਂਦੇ, ਉਦੋਂ ਉਹ ਇੱਕ ਵੱਡਾ ਮੌਕਾ ਸੀਗਾ ਉਹਨਾਂ ਕੋਲ ਅਤੇ ਉਹ ਉਸ ਵੇਲੇ ਨਿਕਲ ਸਕਦੇ ਸੀ। ਪਰ ਉਸ ਵੇਲੇ ਜਿਸ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ, ਉਦੋਂ ਇਹ ਕਿਹਾ ਜਾਂਦਾ ਸੀਗਾ ਕਿ ਇਹਨਾਂ ਨੂੰ ਉੱਪਰੋਂ ਹਾਈ ਕਮਾਂਡ ਵੱਲੋਂ ਇਹ ਥਾਪੜਾ ਮਿਲਿਆ ਕਿ ਤੁਸੀਂ ਹਲੇ ਨਹੀਂ ਬੋਲਣਾ, ਸਮਾਂ ਆਉਣ ਦਿਓ, ਤੁਹਾਨੂੰ ਪੂਰਾ ਮੌਕਾ ਦਿੱਤਾ ਜਾਏਗਾ, ਤੁਸੀਂ ਬਿਲਕੁਲ ਨਹੀਂ ਬੋਲਣਾ, ਅਸੀਂ ਤੁਹਾਡੇ ਨਾਲ ਹਾਂ। ਅਤੇ ਮੈਨੂੰ ਇਹ ਲੱਗਦਾ ਕਿ ਹੁਣ ਜਿਸ ਤਰੀਕੇ ਨਾਲ ਬੇਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਦੇ ਵਿੱਚ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਜਿਸ ਤਰ੍ਹਾਂ ਫੈਸਲੇ ਆਏ ਨੇ ਅਦਾਲਤ ਦੇ, ਤੁਹਾਨੂੰ ਯਾਦ ਹੋਏਗਾ ਕਿ ਹਾਈ ਕੋਰਟ ਵੱਲੋਂ ਜਿਹੜਾ ਉਹ ਸਿੱਟ ਦੀ ਰਿਪੋਰਟ ਨੂੰ ਰੱਦ ਕੀਤਾ ਗਿਆ ਅਤੇ ਫਰੀਦਕੋਟ ਦੀ ਅਦਾਲਤ ਨੇ ਹੁਣ ਉਸ ਕੇਸ ਦੀ ਫਾਈਲ ਨੂੰ ਵੀ ਬੰਦ ਕਰ ਦਿੱਤਾ। ਯਾਨੀ ਕਿ ਜਿੰਨੇ ਵੀ 5, 6 ਜਾਂ 7 ਜਿੰਨੇ ਵੀ ਮੁਲਜ਼ਮ ਸੀਗੇ, ਪੁਲਿਸ ਵਾਲੇ ਸੀਗੇ, ਜਿਹਦੇ 'ਚ ਸੈਣੀ, ਉਮਰਾਨ ਅੰਗਲ, ਚਰਨਜੀਤ ਸ਼ਰਮਾ, ਹੈ ਨਾ, ਉਹਦੇ 'ਚ SHO ਹੋ ਗਿਆ, ਬਲਜੀਤ ਸਿੰਘ DSP ਹੋ ਗਿਆ, ਇਹ ਸਾਰੇ ਦੇ ਸਾਰੇ ਪਲੱਸ ਮਨਤਾਰ ਬਰਾੜ ਹੋ ਗਿਆ, ਇਹ ਜਿੰਨੇ ਵੀ ਬੰਦੇ ਉਹਦੇ 'ਚ ਸ਼ਾਮਲ ਕੀਤੇ ਗਏ ਸੀ ਉਹ ਸਾਰੇ ਅੱਜ ਖੁਸ਼ੀ ਮਨਾ ਰਹੇ ਨੇ। ਇਹ ਫਾਈਲ ਬੰਦ ਹੋਰ ਨਾਲ ਵੀ ਜੋੜ ਦੇਵਾਂ ਕਿ ਸੁਖਬੀਰ ਸਿੰਘ ਬਾਦਲ ਹੋਣੀ ਵੀ ਆਪਣੇ ਆਪ ਨੂੰ ਥਾਪੜਾ ਦਿੰਦੇ ਆਪ ਨਜ਼ਰ ਆਏ ਸੀਗੇ ਕਾਨਫਰੰਸ ਕਰਦੇ। ਤਾਂ ਹਲੇ ਸਿੱਧੇ ਤੌਰ 'ਤੇ ਨਾਮ ਨਹੀਂ ਨਾ ਆਇਆ ਸੀ, ਸਿੱਧੇ ਤੌਰ 'ਤੇ ਹਲੇ ਨਾਮ ਨਹੀਂ ਆਇਆ ਸੀ। ਜਦ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦੀ ਗੱਲ ਕਰੀਏ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਸਪਸ਼ਟ ਕਹਿੰਦੇ ਨੇ ਕਿ ਇਹਨਾਂ ਦੇ ਵਿਰੁੱਧ ਜਾਂਚ ਹੋ ਚੁੱਕੀ ਹੈ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ, ਅਤੇ ਇਹਨਾਂ ਦੇ ਖਿਲਾਫ ਚਲਾਨ ਪੇਸ਼ ਕਰੋ। ਉਹ ਕਹਿੰਦੇ ਜਦੋਂ ਮੈਂ ਅਸਤੀਫਾ ਦਿੱਤਾ, ਅਸਤੀਫਾ ਦਿੱਤੇ ਜਾਣ ਤੋਂ 25 ਦਿਨ ਪਹਿਲਾਂ ਮੈਂ ਜਿਹੜਾ 15 ਮਾਰਚ ਨੂੰ ਮੈਂ ਇਹ ਚਿੱਠੀ ਲਿਖਤੀ ਸੀ, ਸਿਫਾਰਿਸ਼ ਕਰ ਦਿੱਤੀ ਸੀ, ਪਰ ਉਹਦੇ ਬਾਵਜੂਦ ਵੀ ਚਲਾਨ ਪੇਸ਼ ਨਹੀਂ ਕੀਤਾ ਗਿਆ ਅਤੇ ਉਲਟਾ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਫੈਸਲਾ ਆ ਗਿਆ। ਹੁਣ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਫਾਇਦਾ ਜਿਹੜਾ ਜਿਨ੍ਹਾਂ ਲੋਕਾਂ ਨੂੰ ਹੋਇਆ, ਇੱਕ ਪਾਸੇ ਫਾਇਦਾ ਹੋਇਆ, ਦੂਜੇ ਪਾਸੇ ਨੁਕਸਾਨ ਹੋਇਆ ਉਹ ਪੰਜਾਬ ਦਾ ਹੋਇਆ। ਪੰਜਾਬ ਵਾਸੀ ਜਿਸ ਮੁੱਦੇ ਨੂੰ ਲੈ ਕੇ ਵੋਟਾਂ ਪਾਈਆਂ ਸੀ, ਪੰਜਾਬ ਵਾਸੀਆਂ ਨੇ ਜਿਹੜੇ ਚੀਜ਼ਾਂ ਦੇ ਇਨਸਾਫ ਲਈ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲ ਵੇਖ ਰਹੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਅੱਜ ਨਿਰਾਸ਼ ਨੇ। ਇੱਥੋਂ ਤੱਕ ਕਿ ਨਿਰਾਸ਼ ਤਾਂ ਉਹਨਾਂ ਦੇ ਵਿਧਾਇਕ ਵੀ ਨੇ। ਜੇ ਤੁਸੀਂ ਕੱਲ੍ਹ ਸਿਸਵਾ ਫਾਰਮ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਵਿਧਾਇਕਾਂ ਦੀ, ਉਹਦੇ ਵਿੱਚ ਜੇਕਰ ਜਿਹੜੀਆਂ ਰਿਪੋਰਟਾਂ ਨਿਕਲ ਕੇ ਸਾਹਮਣੇ ਆਈਆਂ ਨੇ, ਅਤੇ ਉਹਦੇ 'ਚ ਸਪਸ਼ਟ ਤੌਰ ਦੇ ਉੱਤੇ ਜਿਹੜੀ ਇਹ ਕਿਹਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਆਪਣੇ ਹੀ ਵਿਧਾਇਕਾਂ ਵੱਲੋਂ ਖਰੀਆਂ ਸੁਣਨੀਆਂ ਪਈਆਂ ਕਿ ਅਸੀਂ ਕਿਹੜਾ ਮੂੰਹ ਲੈ ਕੇ ਜਿਹੜਾ ਉਹਨਾਂ ਵਿੱਚ ਪਿੰਡਾਂ ਦੇ ਵਿੱਚ ਜਾਵਾਂਗੇ, ਲੋਕਾਂ ਕੋਲ ਜਾਵਾਂਗੇ, ਜਦੋਂ ਤੱਕ ਸਾਡੇ ਵਾਅਦੇ ਨਹੀਂ ਪੂਰੇ, ਘੱਟੋ ਘੱਟ 2 ਵਾਅਦੇ ਤਾਂ ਪੂਰੇ ਕਰ ਦਿਓ ਨਸ਼ਿਆਂ ਦਾ ਅਤੇ ਆ ਜਿਹੜਾ ਬੇਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਦੇ। ਸਮਾਰਟਫੋਨ ਵੀ ਨਹੀਂ ਦਿੱਤੇ ਗਏ ਜਿਹੜੇ ਉਹਨਾਂ ਨੇ ਗੱਲ ਕੀਤੀ ਸੀ। ਮੈਂ ਸਮਾਰਟਫੋਨ ਇਸ ਵੇਲੇ ਦਿੱਤੇ ਜਾਣ ਦੇ ਸਖਤ ਵਿਰੋਧੀ ਹਾਂ, ਕਿਉਂਕਿ ਇਹ ਉਹ ਵੇਲਾ ਨਹੀਂ ਹੈ ਕਿ ਜਦੋਂ ਤੁਸੀਂ ਸਮਾਰਟਫੋਨ ਵੰਡੋ, ਇਹ ਉਹ ਵੇਲਾ ਜਦੋਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਇਸ ਵੇਲੇ ਸਾਨੂੰ ਆਕਸੀਜਨ ਦੀ ਲੋੜ ਹੈ, ਇਸ ਵੇਲੇ ਸਾਨੂੰ ਦਵਾਈਆਂ ਦੀ ਲੋੜ ਹੈ, ਇਸ ਵੇਲੇ ਸਮਾਰਟਫੋਨ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਲੋਕਾਂ ਨੂੰ ਪੁੱਛੋਗੇ ਕਿ ਆਕਸੀਜਨ ਚਾਹੀਦੀ ਹੈ, ਦਵਾਈਆਂ ਚਾਹੀਦੀਆਂ ਨੇ ਕਿ ਸਮਾਰਟਫੋਨ ਚਾਹੀਦੇ ਨੇ, ਇੱਕ ਵੀ ਬੰਦਾ
ਮੈਨੂੰ ਨਹੀਂ ਲੱਗਦਾ ਕੋਈ ਇਹ ਕਹੇਗਾ ਵੀ ਸਾਨੂੰ ਸਮਾਰਟਫੋਨ ਦਿਓ। ਹਰ ਬੰਦਾ ਇਹ ਕਹੇਗਾ ਵੀ ਸਮਾਰਟਫੋਨ ਵੀ ਇੱਕ ਪਾਸੇ ਰੱਖੋ, ਆਕਸੀਜਨ ਤੇ ਦਵਾਈਆਂ ਸਭ ਤੋਂ ਪਹਿਲਾਂ ਚੀਜ਼ ਹੈਗੀ। ਮੈਂ ਇੱਥੇ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਅੱਜ ਹੀ ਹੁਣ ਅੱਜ ਦੀ ਖਬਰ ਆਈ ਹੈ, ਦਵਾਇਰ ਨੇ ਲਗਾਈ ਹੋਈ ਸੀਗੀ ਕਿ ਜਿਹੜੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਬਣ ਰਹੀ ਹੈ ਉਹਨੂੰ ਇਸ ਟਾਈਮ ਦਿੱਲੀ ਦੇ ਵਿੱਚ ਲੋਕਡਾਊਨ ਹੋਣ ਦੇ ਬਾਵਜੂਦ ਸਰਕਾਰ ਨੇ ਇੱਕ ਮੋਸਟ ਇੰਪੋਰਟੈਂਟ ਵਰਕ ਦੇ ਤੌਰ ਦੇ ਉੱਪਰ ਲਿਆ ਤੇ ਜਿਹੜੇ ਉੱਥੇ ਵਰਕਰ ਕੰਮ ਕਰ ਰਹੇ ਨੇ ਉਹਨਾਂ ਲਈ 180 ਤੋਂ ਉੱਪਰ ਗੱਡੀਆਂ ਮੁਹੱਈਆ ਕਰਾਈਆਂ ਨੇ ਕਿ ਉੱਥੇ ਜਾ ਕੇ ਉਹ ਸਪੈਸ਼ਲੀ ਸਾਡੀ ਉਸਾਰੀ ਕਰਵਾਉਣ। ਲੋਕਾਂ ਕੋਲ ਆਕਸੀਜਨ ਆਉਂਦੀ ਹੈ ਨਹੀਂ ਆਉਂਦੀ ਉਹ ਬਾਅਦ ਦੀਆਂ ਗੱਲਾਂ ਨੇ। ਤੇ ਇਹ ਗੱਲ ਦੇ ਨਾਲ ਤੁਹਾਨੂੰ ਜੋੜੂੰਗਾ ਕਿ ਆਪਾਂ ਸਮਾਰਟਫੋਨ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਜਿਹੜੀ 4000 ਕਰੋੜ ਤੋਂ ਉੱਪਰ ਦੀ ਉੱਥੇ ਬਿਲਡਿੰਗ ਤਿਆਰ ਹੋ ਰਹੀ ਹੈ ਉਹਦੇ ਉੱਪਰ ਵੀ ਮਤਲਬ ਹਜੇ ਇੰਨੇ ਆਪਦਾ ਦੇ ਵਿੱਚ ਵੀ ਮੰਤਰੀਆਂ ਨੂੰ ਆਪਣੇ ਬਿਲਡਿੰਗਾਂ ਤੇ ਆਪਣੇ ਫਲੈਟਸ ਦੀ ਹੁਣ ਉੱਥੇ ਪਈ ਹੈ। ਤੁਸੀਂ ਗੱਲ ਕੀਤੀ 180 ਗੱਡੀਆਂ ਦੀ, 180 ਗੱਡੀਆਂ ਜਿਹੜੀਆਂ ਨੇ ਉਹ ਇੱਕ ਇਮਾਰਤ ਦੀ ਉਸਾਰੀ ਵਾਸਤੇ ਲਗਾਈ ਜਾ ਰਹੀ ਹੈ ਜਿਹੜੀ ਕਿ ਬੇਜਾਨ ਹੈ, ਜਿਹਨੇ ਕੁਝ ਨਹੀਂ ਦੇਣਾ, ਜਿਹਦੇ ਜੇਕਰ ਨਹੀਂ ਵੀ ਬਣੇਗੀ ਤਾਂ ਉਹਦਾ ਕਿਸੇ ਕੋਈ ਨੁਕਸਾਨ ਨਹੀਂ ਹੈਗਾ। ਲੇਕਿਨ ਜਿਹੜੇ ਤੁਸੀਂ ਦਿੱਲੀ ਦੇ ਅੰਦਰੋਂ ਜਾਂ ਆਗਰਾ ਦੇ ਵਿੱਚੋਂ ਜਾਂ ਜਿਸ ਤਰ੍ਹਾਂ ਦੀਆਂ ਯੂਪੀ ਦੇ ਵਿੱਚੋਂ ਜਾਂ ਹੋਰ ਸ਼ਹਿਰਾਂ ਦੇ ਵਿੱਚੋਂ ਜੇਕਰ ਰਿਪੋਰਟਾਂ ਪੜ੍ਹੋ ਜਾਂ ਦੇਖੋ, ਉਹਦੇ ਵਿੱਚ ਲੋਕ ਐਂਬੂਲੈਂਸ ਲਈ ਜਿਹੜੇ ਕਿਸ ਤਰ੍ਹਾਂ ਮਰ ਰਹੇ ਨੇ। 15-15 ਹਜ਼ਾਰ ਰੁਪਏ ਕੁਝ ਕਿਲੋਮੀਟਰ ਦੇ ਜਿਹੜੇ ਐਂਬੂਲੈਂਸ ਵਾਲੇ ਮੰਗ ਰਹੇ ਨੇ ਜੀ। ਤੇ ਇਹ ਜ਼ਰੂਰਤ ਹੈ ਸਾਨੂੰ ਐਂਬੂਲੈਂਸਾਂ ਦੀ, ਜ਼ਰੂਰਤ ਹੈ ਸਾਨੂੰ ਦਵਾਈਆਂ ਦੀ, ਜ਼ਰੂਰਤ ਹੈ ਸਾਨੂੰ ਆਕਸੀਜਨ ਦੀ, ਨਾ ਕਿ ਜ਼ਰੂਰਤ ਹੈ ਸਾਨੂੰ 3-3 ਹਜ਼ਾਰ ਕਰੋੜ ਰੁਪਏ ਦੇ ਬੁੱਤਾਂ ਦੀ ਤੇ 4-4 ਹਜ਼ਾਰ ਕਰੋੜ ਰੁਪਏ ਦੀਆਂ ਇਮਾਰਤਾਂ ਦੀ। ਸਾਨੂੰ ਉਹ ਜ਼ਰੂਰਤ ਨਹੀਂ ਹੈ। 3 ਲੱਖ ਕਰੋੜ ਰੁਪਏ ਦੀ ਜਿਹੜੀ ਬੁਲਟ ਟ੍ਰੇਨ ਦੀ ਸਾਨੂੰ ਕੋਈ ਲੋੜ ਨਹੀਂ ਹੈ। ਸਾਨੂੰ ਇਸ ਵੇਲੇ ਲੋੜ ਹੈ ਏਮਸ ਵਰਗੇ ਹਸਪਤਾਲਾਂ ਦੀ, ਸਾਨੂੰ ਇਸ ਵੇਲੇ ਲੋੜ ਹੈ ਆਕਸੀਜਨ ਦੇ ਪਲਾਂਟਾਂ ਦੀ, ਸਾਨੂੰ ਇਸ ਵੇਲੇ ਲੋੜ ਹੈ ਦਵਾਈਆਂ ਦੀ, ਉਹ ਦਵਾਈਆਂ ਦੀ ਜਿਹੜੀਆਂ ਲੋਕਾਂ ਦੀਆਂ ਜਾਨਾਂ ਬਚਾ ਸਕਣ। ਇਹ ਨਹੀਂ ਹੈ ਕਿ ਸਾਨੂੰ ਇਮਾਰਤ ਖੜੀ ਕਰ ਦਿਓ। ਇਮਾਰਤ ਨੇ ਕੀ ਦੇਣਾ ਕਿਸੇ ਨੂੰ ਜੀ? ਜਦੋਂ ਅਸ਼ੋਕ ਦੀ ਗੱਲ ਯਾਦ ਕਰੋ, ਅਸ਼ੋਕਾ ਦੀ ਆਖਰੀ ਜਿਹੜੀ ਜੰਗ ਹੋਈ ਸੀ ਉਹਦੇ ਵਿੱਚ ਬੇਸ਼ੱਕ ਅਸ਼ੋਕ ਜਿਹੜਾ ਸੀ ਕਲਿੰਗਾ ਦੀ ਜੰਗ ਦੇ ਵਿੱਚ ਜਿੱਤ ਗਿਆ ਸੀ, ਪਰ ਇਹਦੇ ਬਾਵਜੂਦ ਵੀ ਅਸ਼ੋਕਾ ਜਿੱਤਣ ਤੋਂ ਬਾਵਜੂਦ ਵੀ ਫੁੱਟ ਕੇ ਰੋਇਆ ਸੀ ਕਿ ਮੈਂ ਹੁਣ ਰਾਜ ਕਿਹਦੇ ਤੇ ਕਰਾਂਗਾ। ਮੇਰੇ ਕੋਲ ਜਿਹੜੇ ਲੋਕ ਨੇ ਉਹ ਮਰ ਗਏ ਨੇ ਤੇ ਮੈਂ ਰਾਜ ਕਿਹਦੇ ਤੇ ਕਰਾਂਗਾ। ਅੱਜ ਹਾਲਾਤ ਉਹੀ ਨੇ ਕਿ ਜੇਕਰ ਇਮਾਰਤਾਂ ਦੀ ਉਸਾਰੀ ਆਪਾਂ ਕਰਦੇ ਚਲੇ ਜਾਵਾਂਗੇ, ਜੇਕਰ ਆਪਾਂ ਲੋਕਾਂ ਨੂੰ ਉਹਨਾਂ ਦੀਆਂ ਜਾਨਾਂ ਨਹੀਂ ਬਚਾ ਸਕਾਂਗੇ ਤਾਂ ਫਿਰ ਇਹ ਇਮਾਰਤਾਂ ਜਿਹੜੀਆਂ ਸਾਡੇ ਕਿਸ ਕੰਮ ਦੀਆਂ ਰਹਿਣਗੀਆਂ? ਉਹਨਾਂ ਇਮਾਰਤਾਂ ਦੇ ਵਿੱਚ ਰਹਿ ਕੇ ਹੁਕਮ ਕਿਹਨਾਂ ਵਾਸਤੇ ਜਾਰੀ ਕਰਾਂਗੇ ਆਪਾਂ ਜਦੋਂ ਲੋਕ ਹੀ ਮਰ ਗਏ? ਜੀ ਦੁਬਾਰਾ ਆਪਾਂ ਆ ਜਾਂਦੇ ਹਾਂ ਪੰਜਾਬ ਦੇ ਉੱਪਰ, ਕਿਉਂਕਿ ਇਹ ਬਹਿਸ ਆਪਣੀ ਬਹੁਤ ਲੰਬੀ ਜਾ ਸਕਦੀ ਹੈ, ਕਿਉਂਕਿ ਪਾਕਿਸਤਾਨ ਨੇ ਵੀ ਹੁਣ ਜੇ ਆਪਾਂ ਗੱਲ ਕਰੀਏ ਪਿੱਛੇ ਜੇ ਸਿਲੰਡਰਾਂ ਦੀ ਪੇਸ਼ਕਸ਼ ਕੀਤੀ ਹੈ ਕਿ ਜੇ ਤੁਹਾਡੇ ਤੋਂ ਮਤਲਬ ਨਹੀਂ ਹੋ ਪਾ ਰਿਹਾ ਤਾਂ ਅਸੀਂ ਤੁਹਾਡੀ ਸਹਾਇਤਾ ਕਰਨ ਲਈ ਅੱਗੇ ਆਵਾਂਗੇ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਕਸੀਜਨ ਦੀ, ਅਮਰਿੰਦਰ ਸਿੰਘ ਹੋਣਾ ਨੇ ਮੰਗ ਵੀ ਲਈ ਆ ਉਹਨਾਂ ਤੋਂ। ਇਹ ਇਨਸਾਨੀਅਤ ਦਾ ਇੱਕ ਚਲੋ ਵਧੀਆ ਤਰੀਕਾ ਹੈ। ਆਪਣੇ ਨੇਬਰ ਹੈ, ਆਪਣਾ ਗੁਆਂਢੀ ਹੈ, ਜੇ ਗੁਆਂਢ ਕਹਿੰਦੇ ਰਿਸ਼ਤੇਦਾਰ ਤੋਂ ਪਹਿਲਾਂ ਹੁੰਦਾ ਕਿਉਂਕਿ ਉਹ ਆਪਣੇ ਨੇੜੇ ਹੁੰਦੇ ਹੈ। ਹੁਣ ਗੱਲ ਕਰੀਏ ਦੁਬਾਰਾ ਪੰਜਾਬ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਤੇ ਨਵਜੋਤ ਸਿੰਘ ਸਿੱਧੂ ਹੋਣਾ ਦੀ। ਜਦੋਂ ਹੀ ਕੱਲ੍ਹ ਇਹ ਖਬਰ ਬ੍ਰੇਕ ਹੋਈ ਕਿ ਅਮਰਿੰਦਰ ਸਿੰਘ ਹੋਣੀ ਕਹਿ ਰਹੇ ਆ ਕਿ ਜੇ ਸਿੰਘ ਵਰਗਾ ਹਾਲ ਹੋਏਗਾ, ਜ਼ਮਾਨਤ ਜ਼ਬਤ ਹੋਏਗੀ ਸਿੱਧੂ ਹੋਣਾ ਦੀ ਪਟਿਆਲਾ ਦੇ ਵਿੱਚ, ਉਧਰੋਂ ਤਾਂ ਜੇ ਸਿੰਘ ਹੋਣੀ ਕਹਿੰਦੇ ਆ ਕਿ ਕੈਪਟਨ ਵੀ ਇੱਕ ਵਾਰੀ ਪਟਿਆਲੇ ਦੇ ਵਿੱਚ ਹਾਰ ਚੁੱਕੇ ਨੇ, ਉਹ ਇਸ ਗੱਲ ਨੂੰ ਭੁੱਲਣ ਨਾ। ਦੂਜੇ ਪਾਸੇ ਕੈਰੀ ਔਨ ਟੌਪ ਆਪਣੇ ਸਿੱਧੂ ਆਪਣੇ ਟਵਿੱਟਰ ਹੈਂਡਲ ਤੋਂ ਜਿਹੜੇ ਕਰਦੇ ਨੇ ਟਵੀਟ, ਉਹਨਾਂ ਤੋਂ ਉਹਦੇ ਵਿੱਚ ਕਹਿ ਰਹੇ ਨੇ ਕਿ ਤੁਮ ਇਧਰ ਉਧਰ ਕੀ ਨਾ ਬਾਤ ਕਰੋ। ਉਹਦੇ ਵਿੱਚ ਇਸ਼ਾਰਾ ਸਿੱਧਾ ਇਹਨਾਂ 'ਤੇ ਜਾਂਦਾ, ਕੈਪਟਨ ਅਮਰਿੰਦਰ ਸਿੰਘ ਹੋਣਾ 'ਤੇ ਜਾਂਦਾ ਕਿ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ, ਤੁਸੀਂ ਸਿੱਧੀ ਗੱਲ ਕਰੋ ਕਿ ਜਿਹੜੀ ਬੇਅਦਬੀ ਹੋਈ ਹੈ ਉਹਦੇ ਵਿੱਚ ਰੋਲ ਕਿਹਦਾ ਰਿਹਾ ਤੇ ਇਹਦੇ ਵਿੱਚ ਜਾਂਚ ਨਿਸ਼ਪਕਸ਼ ਕਿਉਂ ਨਹੀਂ ਹੋ ਸਕੀ? ਕਿਉਂਕਿ ਵਿਧਾਨ ਸਭਾ ਤਾਂ ਹੁਣ ਵੀ ਜਿਹੜੀ ਹੈ ਉਹ ਅਮਰਿੰਦਰ ਸਿੰਘ ਹੋਣਾ ਕੋਲ ਹੀ ਹੈ ਨਾ, ਜਿਹੜੀ ਲੈਜੀਸਲੇਸ਼ਨ ਹੈ ਇੱਥੇ ਦੀ, ਜਿਹੜਾ ਕਾਨੂੰਨ ਬਣਾਉਣਾ ਹੈ। ਸਰਕਾਰ ਜੇ ਇੰਨੀ ਬੇਬਸ ਨਜ਼ਰ ਆ ਰਹੀ ਹੈ ਕੁਛ ਚੰਦ ਬੰਦਿਆਂ ਦੇ ਸਾਹਮਣੇ, ਪੁਲਿਸ ਵਾਲਿਆਂ ਦੇ ਸਾਹਮਣੇ, ਜੇ ਆਪਾਂ ਗੱਲ ਕਰੀਏ ਬਾਦਲ ਪਰਿਵਾਰ ਨੂੰ ਸਾਈਡ 'ਤੇ ਵੀ ਰੱਖ ਦਈਏ, ਗੋਲੀ ਪੁਲਿਸ ਨੇ ਚਲਵਾਈ ਕਿਹਨੇ ਜਾਂਚ ਦਾ ਵਿਸ਼ਾ ਹੈ, ਪਰ ਇਹਦੇ ਤੇ ਹੁਣ ਜਾਂਚ ਤਾਂ ਹੋਵੇ ਨਾ, ਤਾਂ ਜਾਂਚ ਹੀ ਬੰਦ ਹੋ ਗਈ। ਤੁਸੀਂ ਕਹਿੰਦੇ ਹੋ ਵੀ ਕੇਸ ਬੰਦ ਹੋ ਚੁੱਕਿਆ ਉੱਥੇ। ਦੇਖੋ ਕੁੱਲ ਮਿਲਾ ਕੇ ਅਗਰ ਦੇਖਿਆ ਜਾਵੇ ਤਾਂ ਜਿਹੜੇ ਲੋਕ ਅੱਜ ਜਾਂਚ ਬੰਦ ਹੋਣ ਤੇ, ਫਾਈਲ ਬੰਦ ਹੋਣ ਤੇ, ਸਿੱਟ ਦੀ ਰਿਪੋਰਟ ਰੱਦ ਹੋਣ ਦੇ ਉੱਤੇ ਕੱਛਾਂ ਵਜਾ ਰਹੇ ਨੇ, ਉਹ ਇਹ ਨਾ ਸਮਝਣ ਕਿ ਇਹ ਚੀਜ਼ ਜਿਹੜੇ ਫਾਈਲ ਹੈ ਇਹ ਬੰਦ ਹੋ ਚੁੱਕੀ ਹੈ। ਪੰਜਾਬ ਦੇ ਲੋਕ ਬਹੁਤ ਅੱਕੇ ਹੋਏ ਨੇ। ਉਹ ਚਾਹੇ ਜਿਹੜਾ ਮਰਜ਼ੀ ਇਸ ਦੇ ਰਸਤੇ 'ਚ ਆ ਜੇ, ਜਿਹੜਾ ਵੀ ਇਸ ਰਸਤੇ 'ਚ ਆਇਆ ਉਸ ਨੂੰ ਇਸ ਹਨੇਰੀ ਨੇ ਉਡਾ ਦਿੱਤਾ। ਜੇ ਤੁਸੀਂ 2017 ਦੀ ਜਿਹੜੀਆਂ ਚੋਣਾਂ ਦੇਖ ਲਓ, ਉਹਦੇ ਵਿੱਚ ਇੱਕ ਹਨੇਰੀ ਆਈ ਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉੱਡ ਗਈ ਔਰ 77 ਸੀਟਾਂ ਤੋਂ ਜਿਹੜੀਆਂ ਉਹਨਾਂ ਨੂੰ ਕਾਂਗਰਸ ਨੂੰ ਆਈਆਂ। ਕਿਉਂ ਆਈਆਂ? ਕਿਉਂਕਿ ਬੇਅਦਬੀ ਤੇ ਗੋਲੀਕਾਂਡ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਲਈ ਸਜ਼ਾਵਾਂ ਦੇਣ ਦੀ ਗੱਲ ਕੀਤੀ ਗਈ ਸੀ। ਸਹੁੰਆਂ ਖਾਧੀਆਂ ਗਈਆਂ ਸੀ ਗੁਟਕਾ ਸਾਹਿਬ ਦੀਆਂ ਕਿ ਅਸੀਂ ਨਸ਼ਿਆਂ ਨੂੰ ਖਤਮ ਕਰਾਂਗੇ। ਹੁਣ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਖਾਲਸਾ ਉਹਨਾਂ ਨੇ ਜਿਹੜੀ ਉਹਦੇ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ ਕਿ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਜਿਹੜਾ ਉਹ ਪੰਥ 'ਚੋਂ ਛੇਕਿਆ ਜਾਵੇ ਕਿ ਇਹਨਾਂ ਨੇ ਇੱਕ ਬੇਦਬੀ ਉੱਥੇ ਹੋਈ ਸੀ, ਇੱਕ ਬੇਦਬੀ ਇਹਨਾਂ ਨੇ ਝੂਠੀ ਸਹੁੰ ਖਾ ਕੇ ਜਿਹੜੀ ਆ ਉਹ ਇੱਥੇ ਕਰ ਦਿੱਤੀ ਹੈ ਤੇ ਨਸ਼ਿਆਂ ਦੀ ਜਿਹੜੀ ਆ ਉਹ ਹਾਲੇ ਤੱਕ ਉਸੇ ਤਰ੍ਹਾਂ ਲੋਕ ਵੀ ਮਰ ਰਹੇ ਨੇ, ਨਸ਼ਾ ਵੀ ਉੱਦਾਂ ਨਹੀਂ ਨੇ। ਸੋ ਕੁੱਲ ਮਿਲਾ ਕੇ
ਜਿਸ ਤਰੀਕੇ ਦੇ ਨਾਲ ਬੇਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਵਿੱਚ ਇਨਸਾਫ ਹਲੇ ਤੱਕ ਨਹੀਂ ਮਿਲ ਸਕਿਆ, ਚਾਹੇ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਟਾਈਮ ਲੱਗ ਗਿਆ ਹੋਵੇ, ਚਾਹੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਸਿੱਟ ਨੂੰ ਟਾਈਮ ਲੱਗ ਗਿਆ ਹੋਵੇ, ਚਾਹੇ ਉਹ ਇਕਬਾਲਪ੍ਰੀਤ ਸਿੰਘ ਸਹੋਤਾ ਉਹਨਾਂ ਦੀ ਸਿੱਟ ਨੂੰ ਟਾਈਮ ਲੱਗਿਆ ਹੋਵੇ, ਚਾਹੇ ਉਹ ਜਿਹੜਾ ਉਹ ਜਸਟਿਸ ਜੋਰਾ ਸਿੰਘ ਉਹਨਾਂ ਦੀ ਕਮਿਸ਼ਨ ਦੀ ਲੱਗਿਆ ਹੋਵੇ, ਚਾਹੇ ਜਿਹੜਾ ਉਹ ਰਣਬੀਰ ਸਿੰਘ ਖਟੜਾ ਉਹਨਾਂ ਦੀ ਸਿੱਟ ਨੂੰ ਲੱਗਿਆ ਹੋਵੇ ਸਮਾਂ, ਪਰ ਅੱਜ ਤੱਕ ਜਾਂਚ ਤੋਂ ਇਲਾਵਾ ਹਾਲੇ ਤੱਕ ਕੁਝ ਵੀ ਨਿਕਲ ਕੇ ਨਹੀਂ ਆਇਆ। ਮੈਨੂੰ ਤਾਂ ਸੁਰਜੀਤ ਪਾਤਰ ਹੋਣਾ ਦੀਆਂ ਉਹ ਜਿਹੜੀਆਂ ਸਤਰਾਂ ਯਾਦ ਆਉਂਦੀਆਂ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ। ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ, ਇਹ ਕਦੋਂ ਤੱਕ ਇੱਥੇ ਇਨਸਾਫ ਲਈ ਖੜੇ ਰਹਿਣਗੇ ਲੋਕ? ਮੈਨੂੰ ਨਹੀਂ ਲੱਗਦਾ ਕਿ ਇਹ ਇਨਸਾਫ ਮਿਲ ਪਾਏਗਾ। ਕਿ ਹੁਣ ਜਿਹੜੇ ਹਾਲਾਤ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਜਾਂਦੇ ਇਹ ਕਹਿ ਗਏ ਨੇ ਕਿ ਜਿੰਨੀਆਂ ਮਰਜ਼ੀ ਸਿੱਟਾਂ ਬਣਾ ਲਓ, ਹੁਣ ਜਿਹੜਾ ਉਹਦਾ ਸਿੱਟਾ ਕੋਈ ਵੀ ਨਿਕਲਣ ਨਹੀਂ ਵਾਲਾ। ਇਹਦੇ ਵਿੱਚ ਨਾਲ ਜਿਹੜੀ ਇੱਕ ਗੱਲ ਹੋਰ ਹੈ ਉਹ ਇਹ ਹੈ ਕਿ ਇੱਕ ਤਜਰਬਾ ਕਹਿੰਦਾ, ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਟਵੀਟ ਕਰਕੇ ਵੀ ਕਿਹਾ ਸੀਗਾ ਕਿ ਇੱਕ ਤਜਰਬਾ ਕਹਿੰਦਾ ਕਿ ਜਿੰਨੀਆਂ ਵੀ ਜਿਹੜੀ SIT ਬਣਦੀ ਆ, ਇੱਕ SIT ਬਣ ਗਈ, ਉਹਨੇ ਜਿਹੜੀ ਜਾਂਚ ਕਰ ਲਈ, ਜਿਹੜੇ ਬਿਆਨ ਉਹਨੇ ਲੈ ਲਏ, ਜਿਹੜੇ ਸਬੂਤ ਉਹਨੇ ਲੈ ਲਏ, ਜਦੋਂ ਉਹ ਜਾਂਚ ਬੰਦ ਹੋ ਜਾਏਗੀ, ਜਦੋਂ ਉਸੇ ਦੇ ਉੱਤੇ ਦੁਬਾਰਾ ਜਾਂਚ, ਉਹੀ ਸਬੂਤ, ਉਹੀ ਦਸਤਾਵੇਜ਼ ਮੰਗੇ ਜਾਣਗੇ ਨਾ, ਤਾਂ ਜਿਹੜੀ ਮੁਲਜ਼ਮ ਧਿਰ ਹੋਏਗੀ ਉਹ ਪਹਿਲਾਂ ਨਾਲੋਂ ਸਾਵਧਾਨ ਹੋ ਜਾਏਗੀ, ਉਹ ਪਹਿਲਾਂ ਨਾਲੋਂ ਜ਼ਿਆਦਾ ਸੁਚੇਤ ਹੋ ਜਾਏਗੀ, ਉਹ ਪਹਿਲਾਂ ਨਾਲੋਂ ਤਿਆਰੀ 'ਚ ਆਏਗੀ, ਤੇ ਜਿਹੜੀਆਂ ਕਮੀਆਂ ਉਹਨੇ ਪਹਿਲਾਂ ਛੱਡੀਆਂ ਹੋਣਗੀਆਂ ਉਹ ਕਮੀਆਂ ਉਹ ਦੁਬਾਰਾ ਨਹੀਂ ਛੱਡਣਗੇ, ਤੇ ਇਹ ਜਾਂਚ ਜਿਹੜੀ ਹੈ ਪਹਿਲਾਂ ਨਾਲੋਂ ਕਈ ਗੁਣਾ ਕਮਜ਼ੋਰ ਹੋ ਕੇ ਸਾਹਮਣੇ ਆਏਗੀ। ਸੋ ਹੁਣ ਇਹ ਜਾਂਚ ਜਿਹੜੀ ਹੈ ਦੁਬਾਰਾ ਕੀਤੇ ਜਾਣ ਦਾ ਮਤਲਬ ਇਹ ਹੈ ਕਿ ਹੁਣ ਇਹ ਜਾਂਚ ਦਾ ਸਿੱਟਾ ਜਿਹੜਾ ਉਹ ਬਿਲਕੁਲ ਨਿਕਲਣ ਦੇ ਵੱਲ ਨਹੀਂ ਰਿਹਾ, ਤੇ ਜੇਕਰ ਉਹੀ ਸਿੱਟ ਦੀ ਜਿਹੜੀ ਜਾਂਚ ਰਿਪੋਰਟ ਨੂੰ ਇਹ ਬਹਾਲ ਕਰਾਉਣ ਦੇ ਵਿੱਚ ਸੁਪਰੀਮ ਕੋਰਟ ਤੋਂ ਕਾਮਯਾਬ ਰਹਿੰਦੇ ਨੇ ਤਾਂ ਸ਼ਾਇਦ ਕੁਝ ਬਣ ਸਕਦਾ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਸਿੱਟਾ ਅੱਗੇ ਨਿਕਲੇਗਾ, ਤੇ ਇਹਦਾ ਸਿੱਧਾ ਦਾ ਸਿੱਧਾ ਜਿਹੜਾ ਅਸਰ ਹੈ ਉਹ ਕਾਂਗਰਸ ਸਰਕਾਰ ਦੇ ਉੱਤੇ ਪਏਗਾ, ਕਾਂਗਰਸ ਪਾਰਟੀ ਦੇ ਉੱਤੇ ਪਏਗਾ। ਬਾਦਲ ਅਕਾਲੀ ਦਲ ਦਾ ਹਾਲ ਤੁਸੀਂ ਦੇਖ ਸਕਦੇ ਹੋ, ਸ਼ਾਇਦ ਕਾਂਗਰਸ ਨੂੰ ਵੀ ਇਹਦਾ ਖਮਿਆਜਾ ਭੁਗਤਣਾ ਪਵੇ। ਜੀ, ਨਵਜੋਤ ਸਿੰਘ ਸਿੱਧੂ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਨੇ ਕਿ ਮੀਨਿੰਗ ਆਫ ਸਿਟ ਇਨ ਪੰਜਾਬ ਇਜ਼ ਟੂ ਸਿਟ ਡਾਊਨ, ਵੀ ਭੱਠਾ ਬਿਠਾਤਾ, ਤੁਸੀਂ ਬਹਿ ਜਾਓ, ਹੁਣ ਸ਼ਾਂਤੀ ਰੱਖੋ, ਅੱਗੇ ਕੋਈ ਕਾਰਵਾਈ ਹੋਣੀ ਨਹੀਂ ਹੈ। ਦੇਖ ਵੀ ਇਹੀ ਰਿਹਾ, ਖੈਰ ਕਿੰਨੀਆਂ ਸਿਟਸ ਹੋ ਗਈਆਂ, ਕਿੰਨੀ ਅੱਗੇ ਕਾਰਵਾਈ ਹੋ ਕੇ ਲੰਘ ਚੁੱਕੀ ਹੈ, ਪਰ ਇਹਦੇ ਉੱਪਰ ਕੋਈ ਖਾਸ ਉਹਦਾ ਅਸਰ ਦਿਖ ਨਹੀਂ ਰਿਹਾ, ਕਿਉਂਕਿ ਸੱਚ ਨਹੀਂ ਸਾਹਮਣੇ ਆ ਰਿਹਾ। ਸਿਟ ਦਾ ਵੀ ਇਹੀ ਹੈ, ਇਹੀ ਪਿੱਛੇ ਦਾ ਰਿਜ਼ਲਟ ਆਪਾਂ ਉਹ ਤੋਂ ਚਾਹੁੰਦੇ ਸੀਗੇ, ਤੇ ਜਿਹੜਾ ਕੋਰਟ ਦੇ ਵਿੱਚ ਮਾਮਲਾ ਉਹਦਾ ਵੀ ਇਹੀ ਜਿਹੜਾ ਆਪਾਂ ਰਿਜ਼ਲਟ ਚਾਹੁੰਦੇ ਹਾਂ ਉਹਦੇ ਤੋਂ, ਕਿ ਮੁਜਰਮ ਜੋ ਵੀ ਹੈ, ਜਿਹਨੇ ਵੀ ਇਹ ਕਾਰਵਾਈ ਕੀਤੀ ਹੈ, ਜਿਹਨੇ ਵੀ ਇਹ ਬੇਲੋੜਾ ਜਿਹੜਾ ਪੰਜਾਬ ਦੇ ਵਿੱਚ ਟੈਨਸ਼ਨ ਵਧਾਉਣ ਦੀ ਦੁਆਰਾ ਕੋਸ਼ਿਸ਼ ਕੀਤੀ ਸੀ, ਉਹਨੂੰ ਸਾਹਮਣੇ ਲਿਆ ਜਾਵੇ, ਬੇਪਰਦਾ ਕੀਤਾ ਜਾਵੇ। ਆਖਰੀ ਕਮੈਂਟ ਲਊਂਗਾ ਕੁਲਵੰਤ ਜੀ ਤੁਹਾਡੇ ਤੋਂ। ਹੁਣ 4 ਸਾਲ ਲੰਘ ਗਏ ਕੈਪਟਨ ਸਰਕਾਰ ਨੂੰ, ਕਾਂਗਰਸ ਨੂੰ ਪੰਜਾਬ ਦੇ ਵਿੱਚ ਆਪਣੀ ਕਾਰਗੁਜ਼ਾਰੀ ਕਰਦਿਆਂ ਨੂੰ। ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਵਾਰੀ ਤਾਂ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਕਿ ਵਿਧਾਨ ਸਭਾ ਦੇ ਵਿੱਚ ਸਾਰਿਆਂ ਨੇ ਖੈਰ ਰਲ ਕੇ ਉੱਤੇ ਰੌਲਾ ਰੱਪਾ ਪਿਆ, ਤੇ ਸਾਰੀ ਗੱਲਬਾਤ ਹੋਈ, ਵਿੱਚੋਂ ਵਾਕਆਊਟ ਕਰ ਗਏ ਅਕਾਲੀ ਦਲ ਹੋਣੀ, ਤੇ ਵਿੱਚੋਂ ਉਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇੱਕ ਸੁਰ ਦੇ ਵਿੱਚ ਅਕਾਲੀ ਦਲ ਨੂੰ ਸਿੱਧੇ ਨਾਮ ਲੈ ਕੇ ਉਹਨਾਂ ਦੇ ਉੱਪਰ ਦੋਸ਼ ਲਾਏ ਸੀਗੇ ਵਿਧਾਨ ਸਭਾ ਦੇ ਵਿੱਚ। ਉਸ ਤੋਂ ਬਾਅਦ 4 ਸਾਲ ਲਈ ਸ਼ਾਂਤੀ ਹੋ ਜਾਂਦੀ ਹੈ, ਇਸ ਮਾਮਲੇ ਦੇ ਉੱਤੇ ਕੋਈ ਗੱਲਬਾਤ ਨਹੀਂ ਹੁੰਦੀ, ਵਿੱਚੋਂ ਕਰੋਨਾ ਆ ਜਾਂਦਾ, ਚਲੋ ਉਹਦੇ 'ਤੇ ਆਪਣੀਆਂ ਗਤੀਵਿਧੀਆਂ ਉੱਧਰ ਚਲੇ ਜਾਂਦੀਆਂ ਨੇ, ਧਿਆਨ ਉੱਧਰ ਚਲਾ ਜਾਂਦਾ। ਹੁਣ ਜਿਵੇਂ ਹੀ ਇਲੈਕਸ਼ਨ ਆਉਂਦੇ ਨੇ, ਹੁਣ ਇਹਨਾਂ ਨੂੰ ਫੇਰ ਗੁਰੂ ਆਪਣਾ ਲੱਗਣ ਲੱਗ ਜਾਂਦਾ, ਗੁਰੂ ਦੇ ਪੁੱਤ ਆਪਣੇ ਆਪ ਨੂੰ ਦੱਸਣ ਲੱਗ ਜਾਂਦੇ ਨੇ, ਪੰਜਾਬ ਦੇ ਪੁੱਤ ਹਰ ਬੰਦਾ ਆਪਣੇ ਆਪ ਨੂੰ ਦੱਸਣ ਲੱਗ ਜਾਂਦਾ। ਕਿ ਇਹ ਸਿਰਫ ਸਿਆਸੀ ਰੋਟੀਆਂ ਨਹੀਂ ਹੈਗੀਆਂ, ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਜਾਂਚ ਨੂੰ ਵਧੀਆ ਤਰੀਕੇ ਨਾਲ ਨਾ ਕਰਵਾਉਣ ਦੇ ਦੋਸ਼ੀ ਪਾਏ ਜਾਂਦੇ ਨੇ, ਤੇ ਕੀ ਹੁਣ ਦੂਜਾ ਉਨਾ ਹੀ ਦੋਸ਼ੀ ਆਪਾਂ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੂੰ ਨਹੀਂ ਮੰਨਾਂਗੇ? ਕਿਉਂਕਿ 3-4 ਸਾਲ ਤੋਂ ਤਾਂ ਉਹਨਾਂ ਨੇ ਕੁਝ ਵੀ ਨਹੀਂ ਬੋਲਿਆ ਇਸ ਬਾਰੇ, ਵਿੱਚੋਂ ਕਰਦੇ ਗੱਲ। ਦੇਖੋ, ਇਸ ਤਰ੍ਹਾਂ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੀ ਗੱਲ ਆਪਾਂ ਥੋੜ੍ਹੇ ਜਿਹੇ ਇਸ ਤੋਂ ਬਾਅਦ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਿਆ ਧਰਮ ਦੀ ਰਾਜਨੀਤੀ। ਇਹ ਧਰਮ ਦੀ ਰਾਜਨੀਤੀ ਦੇ ਸਭ ਤੋਂ ਵੱਡਾ ਰੌਲਾ ਪੈ ਰਿਹਾ ਹੈ ਉਹਦਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉੱਤੇ, ਉਹਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ ਕਿ ਉਹ ਧਰਮ ਦੀ ਰਾਜਨੀਤੀ ਕਰਦੇ ਨੇ, ਤੇ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਨੇ। ਕੀ ਪੰਜਾਬ ਦੇ ਵਿੱਚ ਧਰਮ ਦੀ ਰਾਜਨੀਤੀ ਨਹੀਂ ਹੋ ਰਹੀ? ਕੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਹੁਣ ਤੱਕ? ਪੰਥ ਸਾਡਾ ਪੰਥ ਖਤਰੇ 'ਚ ਹੈ। ਕੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ? ਕੀ ਕਾਂਗਰਸ ਨੇ ਉਸੇ ਦੀ ਜਿਹੜੀ ਰਾਜਨੀਤੀ, ਧਰਮ ਦੀ ਰਾਜਨੀਤੀ ਵਾਲਾ ਜਿਹੜਾ ਮੁੱਦਾ ਜਿਹੜਾ ਉਹ ਹੁਣ ਹਥਿਆਰ ਨਹੀਂ ਲਿਆ? ਕਿ ਕਾਂਗਰਸ ਪਾਰਟੀ ਨੇ ਧਰਮ ਦੀ ਰਾਜਨੀਤੀ ਕਰਕੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੇਦਬੀ ਕਾਂਡ ਦੇ, ਗੋਲੀ ਕਾਂਡ ਦੇ ਲੋਕਾਂ ਨੂੰ ਸਜ਼ਾਵਾਂ ਦੇਣ ਦੀ ਜਿਹੜੀ ਗੱਲ ਕੀਤੀ ਹੈ ਉਹ ਧਰਮ ਦੀ ਰਾਜਨੀਤੀ ਨਹੀਂ ਸੀ? ਕਿ ਹੁਣ ਜਿੰਨੀ ਵੀ ਜਿਹੜੀ ਇਹ ਰਾਜਨੀਤੀ ਹੋ ਰਹੀ ਹੈ ਕਿ ਬਾਕੀ ਦੇ ਮੁੱਦੇ ਹੁਣ ਮਰ ਕੇ ਨਹੀਂ ਰਹਿ ਗਏ, ਸਿਰਫ ਤੇ ਸਿਰਫ ਧਰਮ ਦੇ ਆਲੇ ਦੁਆਲੇ ਨਹੀਂ ਘੁੰਮ ਰਿਹਾ ਸਾਰਾ ਕੁਛ?
ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਕਿ ਧਰਮ ਦੀ ਰਾਜਨੀਤੀ ਦੇ ਵਿੱਚ ਨੂੰ ਇੱਕ ਮੋਹਰਾ ਬਣਾ ਦਿੱਤਾ ਗਿਆ ਅਤੇ ਬਾਕੀ ਦੇ ਸਾਰੇ ਮੁੱਦੇ ਜਿਹੜੇ ਨੇ ਉਹ ਖੂਹ ਸੁੱਟ ਦਿੱਤੇ ਗਏ ਨੇ। ਹੁਣ ਆਈਏ ਆਪਾਂ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ। ਨਵਜੋਤ ਸਿੰਘ ਸਿੱਧੂ ਹੁਣੀ ਪਿਛਲੇ ਸਮੇਂ ਦੇ ਦੌਰਾਨ ਜਦੋਂ ਉਹਨਾਂ ਨੇ ਜਦੋਂ ਇਲੈਕਸ਼ਨ ਆਈ ਹੈ, ਨਵਜੋਤ ਸਿੰਘ ਸਿੱਧੂ ਉਹਨਾਂ ਨੇ ਉਸ ਵੇਲੇ ਜ਼ਰੂਰ ਟਾਰਗੇਟ ਕੀਤਾ, ਚਾਹੇ ਉਹ 2019 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਦੇ ਬਿਆਨ ਦਿੱਤੇ, ਬਠਿੰਡਾ ਰੈਲੀ ਦੇ ਵਿੱਚ ਵੀ ਬੜਾ ਜ਼ਬਰਦਸਤ ਬਿਆਨ ਦਿੱਤਾ, ਉਸ ਵੇਲੇ ਵੀ ਚੋਣਾਂ ਸੀਗੀਆਂ। ਨੰਬਰ 1 ਤਾਂ ਉਹ ਆਪਣੇ ਵਿਰੋਧੀਆਂ ਨੂੰ ਜਿਹੜਾ ਉਹ ਬੜਾ ਸਿੱਧਾ ਟਾਰਗੇਟ ਕਰਨਾ ਚਾਹੁੰਦੇ ਸੀ। ਨੰਬਰ 2 ਦੇ ਉੱਤੇ ਉਹ ਆਪਣੀ ਪਾਰਟੀ ਦੇ ਵਿੱਚ ਵਿਰੋਧੀਆਂ ਨੂੰ ਜਿਹੜਾ ਸਿੱਧਾ ਟਾਰਗੇਟ ਕਰਨਾ ਚਾਹੁੰਦੇ ਸੀ। ਨੰਬਰ 2 ਦੇ ਉੱਤੇ ਉਹ ਦੂਜੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ 'ਤੇ ਸਿੱਧਾ ਅਟੈਕ ਕਰਕੇ ਜਿਹੜੀ ਸੀਟ ਦੇ ਉੱਤੇ ਉਹ ਪ੍ਰਚਾਰ ਕਰਨ ਗਏ ਸੀ ਉਸ ਸੀਟ ਨੂੰ ਉਹ ਘਟਵਾਉਣਾ ਚਾਹੁੰਦੇ ਸੀ ਕਿ ਲੋਕ ਉਹਨਾਂ ਦੀ ਗੱਲ ਨੂੰ ਸੁਣਨਗੇ ਅਤੇ ਉਹਨਾਂ ਦੇ ਜਿਹੜੇ ਕੈਂਡੀਡੇਟ ਵਾਸਤੇ ਵੋਟਾਂ ਵਾਸਤੇ ਉਹ ਗੱਲ ਕਰਨਗੇ ਅੱਗੇ। ਉਦੋਂ ਬਾਅਦ ਜਦੋਂ ਉਹਨਾਂ ਤੋਂ ਜਿਹੜਾ ਉਹਨਾਂ ਦਾ ਮਹਿਕਮਾ ਖੋਲ੍ਹ ਲਿੱਤਾ ਜਾਂਦਾ ਹੈ ਤਾਂ 2 ਸਾਲ ਉਹ ਬਿਲਕੁਲ ਚੁੱਪ ਰਹਿੰਦੇ ਨੇ, ਕਿਉਂਕਿ 2 ਸਾਲ ਦੇ ਵਿੱਚ ਉਹ ਬੇਅਦਬੀ ਕਾਂਡ ਦੀਆਂ ਗੋਲੀकांड ਦੀਆਂ ਘਟਨਾਵਾਂ ਦੇ ਵਿੱਚ ਉਹ ਸਾਰਾ ਮਾਮਲਾ ਠੱਪ ਹੋ ਗਿਆ ਸੀ। ਉਸ ਟਾਈਮ ਚੱਲ ਨਹੀਂ ਰਿਹਾ ਸੀ। ਜਦੋਂ ਇਹ ਸਾਰੇ 9 ਚਲਾਨ ਪੇਸ਼ ਹੋਏ ਨੇ ਕਿ 9 ਚਲਾਨ ਬਾਰੇ ਉਹਨਾਂ ਨੇ ਕੋਈ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਵੀ 9 ਚਲਾਨ ਜਿਹੜੇ ਹੋਏ ਨੇ ਕੋਈ ਸਕਰੂਟਨੀ ਉਹਦੀ ਹੋਈ ਹੈ ਕਿ ਨਹੀਂ ਹੋਈ। ਅਤੁਲ ਨੰਦਾ ਕਹਿੰਦੇ ਨੇ ਵੀ ਸਾਡੇ ਕੋਲ ਤਾਂ ਚਲਾਨ ਆਇਆ ਹੀ ਨਹੀਂ ਹੈਗਾ, ਕਿ ਮੁੱਖ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਜਿਹੜਾ ਉਹ ਚਲਾਨ ਅੱਗੇ ਪੇਸ਼ ਹੋ ਗਿਆ। ਜਿਸ ਮੁੱਦੇ ਦੇ ਉੱਤੇ ਅੱਗੇ ਸਰਕਾਰ ਬਣੀ ਹੋਵੇ, ਮੁੱਖ ਮੰਤਰੀ ਦੀ ਜਾਣਕਾਰੀ ਤੋਂ ਬਿਨਾਂ ਹੀ ਅੰਦਰ ਜਿਹੜਾ ਕੋਰਟ ਦੇ ਵਿੱਚ ਉਹ ਚਲਾਨ ਪੇਸ਼ ਕਰ ਦਿੱਤਾ ਗਿਆ। ਪੀਪੀ ਜਿਹੜਾ ਹੁੰਦਾ, ਜਿਹੜਾ ਸਰਕਾਰੀ ਵਕੀਲ ਹੁੰਦਾ, ਉਸ ਦੀ ਇਜਾਜ਼ਤ ਤੋਂ ਬਿਨਾਂ ਕੋਰਟ ਦੇ ਵਿੱਚ ਡਾਕੂਮੈਂਟ ਨਹੀਂ ਸਬਮਿਟ ਕੀਤਾ ਜਾਂਦਾ ਹੁੰਦਾ। ਅਤੇ ਜਿੱਥੇ ਤੱਕ ਮੈਨੂੰ ਕਾਨੂੰਨ ਦੀ ਸਮਝ ਆ, ਉਹ ਸਰਕਾਰੀ ਵਕੀਲ ਦੇ ਥਰੂ ਸਾਰਾ ਕੁਝ ਹੁੰਦਾ ਅੰਦਰ ਜਾ ਕੇ। ਇੱਥੋਂ ਤੱਕ ਹਾਲਾਤ ਨੇ ਕਿ ਉਰੇ ਦੇ ਜਿੰਨੀਆਂ ਵੀ ਅਦਾਲਤਾਂ ਨੇ, ਉੱਥੋਂ ਦੇ ਜਿਹੜੇ ਆਈਓ ਹੁੰਦੇ ਨੇ, ਇਨਵੈਸਟੀਗੇਟਿੰਗ ਆਫਿਸਰ, ਤਫਤੀਸ਼ੀ ਅਧਿਕਾਰੀ, ਉਹ ਸਾਰੇ ਦੇ ਸਾਰੇ ਇਸ ਚੀਜ਼ ਨੂੰ ਲੈ ਕੇ ਜਿਹੜੇ ਸਰਕਾਰੀ ਵਕੀਲ ਹੁੰਦੇ ਨੇ, ਜਿਹੜਾ ਉਹਨਾਂ ਦਾ ਕੇਸ ਲੜਦੇ ਨੇ, ਉਹਨਾਂ ਦੇ ਅੱਗੇ ਪਿੱਛੇ ਘੁੰਮ ਰਹੇ ਹੁੰਦੇ ਨੇ ਕਿ ਸਾਡੀ ਜਿਹੜੀ ਹੈ ਜੀ ਆਹ ਤੁਸੀਂ ਚਲਾਨ ਨੂੰ ਜਿਹੜਾ ਉਹ ਸਕਰੂਟਨੀ ਕਰ ਲਓ, ਇਹਨੂੰ ਦੇਖ ਲਓ, ਅੱਗੇ ਅੰਦਰ ਭੇਜਣਾ ਹੈਗਾ ਜੀ। ਉਹ ਉਹਨਾਂ ਤੋਂ ਤਰ੍ਹਾਂ ਦੀ ਜਿਹੜੀਆਂ ਕਮੀਆਂ ਉਹਨਾਂ ਤੋਂ ਪੂਰੀਆਂ ਕਰਾਉਂਦੇ ਨੇ ਵੀ ਆਹ ਚੀਜ਼ ਪੂਰੀ ਕਰਕੇ ਲਿਆਓ, ਆਹ ਚੀਜ਼ ਪੂਰੀ ਕਰਕੇ ਲਿਆਓ, ਤਾਂ ਜਿਹੜਾ ਕੋਈ ਜ਼ਿੰਮੇਵਾਰੀ ਕੋਰਟ ਦੇ ਵਿੱਚ ਕੇਸ ਲੜਨ ਦੀ ਹੁੰਦੀ ਹੈ ਸਰਕਾਰੀ ਵਕੀਲ ਦੀ। ਫਿਰ ਉਹਨਾਂ ਦੀ ਜ਼ਿੰਮੇਵਾਰੀ ਕਿੱਥੇ ਗਈ ਅਤੁਲ ਨੰਦਾ ਉਹਨਾਂ ਦੀ? ਤੇ ਜੇਕਰ ਅਤੁਲ ਨੰਦਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਤਾਂ ਉਹਨਾਂ ਨੂੰ ਚਲਾ ਕੌਣ ਰਿਹਾ ਸੀ? ਉਹਨਾਂ ਨੂੰ ਪੁਲਿਸ ਨੂੰ ਕੌਣ ਚਲਾ ਰਿਹਾ, ਸਰਕਾਰੀ ਵਕੀਲ ਨੂੰ ਕੌਣ ਚਲਾ ਰਿਹਾ? ਉਹ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰੀ। ਤਾਂ ਇਹ ਸਾਰੀਆਂ ਦੀ ਸਾਰੀਆਂ ਕਲੈਕਟਿਵ ਜ਼ਿੰਮੇਵਾਰੀ ਜਿਹੜੀ ਆ ਉਹ ਆਪਾਂ ਨੂੰ ਇਹਨਾਂ ਨੂੰ ਸਮਝਣੀ ਪਏਗੀ ਕਿ ਇਸ ਮੁੱਦੇ ਨੂੰ ਲੈ ਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੂੰ ਕਸੂਰਵਾਰ ਹੈ, ਤੂੰ ਕਸੂਰਵਾਰ ਹੈ। ਲੋਕਾਂ ਦੀ ਨਜ਼ਰ ਦੇ ਵਿੱਚ ਸਰਕਾਰ ਕਸੂਰਵਾਰ ਹੈ, ਜਿਨ੍ਹਾਂ ਨੇ ਬੇਅਦਬੀ ਤੇ ਗੋਲੀकांड ਦੀਆਂ ਘਟਨਾਵਾਂ ਦੀ ਜਿਹੜੀ ਸਜ਼ਾਵਾਂ ਦੇਣ ਦੀ ਜਿਹੜੀ ਉਹ ਵਾਅਦਾ ਕਰਕੇ ਜਿਹੜੀ ਉਹ ਵੋਟਾਂ ਲਈਆਂ ਸੀ, ਉਹ ਜ਼ਿੰਮੇਵਾਰ ਹੈ। ਹੁਣ ਆਪਾਂ ਸਿੱਧੂ ਦੀ ਜੰਗ ਦੇ ਵਿੱਚ ਆਪਾਂ ਇਹ ਨਹੀਂ ਹੋ ਸਕਦਾ ਕਿ ਮੁੱਦਾ ਜਿਹੜਾ ਆਪਣਾ ਦੱਬ ਕੇ ਰਹਿ ਜਾਏਗਾ। ਸਿੱਧੂ ਆਪਸ ਦੇ ਵਿੱਚ ਜਿੰਨਾ ਮਰਜ਼ੀ ਲੜਨ, ਪਰ ਲੋਕ ਜਿਹੜੇ ਪੰਜਾਬ ਦੇ ਲੋਕ ਨੇ, ਉਹਨਾਂ ਦੀ ਜਿਹੜੀ ਨਿਗਾਹ ਉਹ ਮੱਛੀ ਦੀ ਅੱਖ ਵਾਂਗ ਸਿੱਧੀ ਦੀ ਸਿੱਧੀ ਜਿਹੜੀ ਆ ਉਹ ਬੇਅਦਬੀ ਤੇ ਗੋਲੀकांड ਦੀਆਂ ਘਟਨਾਵਾਂ ਦੇ ਵਿੱਚ ਇਨਸਾਫ ਲੈਣ ਲਈ ਹੈ, ਨਸ਼ਿਆਂ ਦੇ ਮੁੱਦੇ ਨੂੰ ਹੱਲ ਕਰਾਉਣ ਲਈ ਹੈ, ਬੇਰੁਜ਼ਗਾਰੀ ਦੇ ਮੁੱਦੇ ਨੂੰ ਹੱਲ ਕਰਾਉਣ ਲਈ ਹੈ। ਜਿੰਨੇ ਵੀ ਵਾਅਦੇ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਸੀ ਚੋਣ ਮੈਨੀਫੈਸਟੋ ਦੇ ਵਿੱਚ, ਉਹ ਪੂਰੇ ਦੇ ਪੂਰੇ ਜਿਹੜੇ ਆ ਉਹ ਵਾਅਦੇ ਪੂਰੇ ਕਰਾਉਣ ਵੀ ਆ। ਕਿਉਂਕਿ ਸ਼ਮਸ਼ੇਰ ਸਿੰਘ ਦੂਲੋਂ ਵਾਲੀ ਗੱਲ ਸਮਝ ਲਈਏ, ਕਾਂਗਰਸ ਦੇ ਰਾਜ ਸਭਾ ਮੈਂਬਰ ਨੇ, ਸ਼ਮਸ਼ੇਰ ਸਿੰਘ ਦੂਲੋਂ ਉਹਨਾਂ ਨੂੰ ਜੇਕਰ ਸੱਚ ਮੰਨ ਲਿਆ ਜਬਨਾਂ ਦੇ, ਤਾਂ ਉਹ ਕਹਿੰਦੇ 85 ਕਿੰਨੇ % ਤੱਕ ਕੀ ਜੀ 1% ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਗਿਆ ਕਾਂਗਰਸ ਪਾਰਟੀ ਵੱਲੋਂ। ਉਹਨਾਂ ਦੇ ਆਪਣੇ ਹੀ ਬੰਦੇ ਨੇ, ਅਸੀਂ ਨਹੀਂ ਕਹਿ ਰਹੇ। ਤੇ ਜੇਕਰ ਉਹ ਕਹਿੰਦੇ ਨੇ ਵੀ 1 ਵੀ ਪ੍ਰਤੀਸ਼ਤ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਫਿਰ ਪੰਜਾਬ ਦੇ ਲੋਕ ਕੀ ਬਖਸ਼ ਦੇਣਗੇ ਇਹਨਾਂ ਨੂੰ? ਮੈਨੂੰ ਨਹੀਂ ਲੱਗਦਾ ਪੰਜਾਬ ਦੇ ਲੋਕ ਬਖਸ਼ਣਗੇ। ਸਿੱਧੂ ਆਪਸ 'ਚ ਜਿੰਨਾ ਮਰਜ਼ੀ ਟਕਰਾਈ ਜਾਣ, ਦੋਵਾਂ ਦੀ ਇਮੇਜ ਜਿਹੜੀ ਆ ਉਹ ਡਾਊਨ ਹੋ ਜਾਏਗੀ, ਪਰ ਪੰਜਾਬ ਦੇ ਲੋਕ ਜਿਹੜੇ ਮੁੱਦੇ ਨਹੀਂ ਭੁੱਲਣ ਵਾਲੇ। ਜੀ ਕੁਲਵੰਤ ਜੀ, ਬਹੁਤ ਧੰਨਵਾਦ ਆ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਜੁੜਨ ਲਈ ਤੇ ਆਪਣੇ ਵੈਲਿਊਬਲ ਜਿਹੜੇ ਸੁਜੈਸ਼ਨਸ ਆ ਉਹ ਦੇਣ ਲਈ। ਇੱਕ ਬੜੀ ਮਸ਼ਹੂਰ ਕਹਾਵਤ ਹੈ ਇੰਗਲਿਸ਼ ਦੀ ਕਿ ਦ ਵਨ ਹੂ ਲੀਡਸ ਗੈਟਸ ਦ ਬਲੇਮ। ਜਿਹੜਾ ਬੰਦਾ ਸੇਧ ਦਿੰਦਾ, ਜਿਹੜਾ ਬੰਦਾ ਲੀਡਰਸ਼ਿਪ ਦੇ ਵਿੱਚ ਆਪਣਾ ਪੈਰ ਰੱਖਦਾ, ਉਹਦੇ ਉੱਪਰ ਹੀ ਬਲੇਮ ਵੀ ਮਿਲਦਾ। ਉਹਨੂੰ ਜੇ ਸਕਸੈਸ ਮਿਲਦੀ ਹੈ ਉਸ ਕਾਜ਼ ਨੂੰ ਤਾਂ ਉਹਨੂੰ ਉਹਦੀ ਫਿਰ ਵਾਹਵਾਹੀ ਵੀ ਮਿਲਦੀ ਹੈ। ਇੱਕ ਪਾਸੇ ਜੇ ਆਪਾਂ ਨੈਸ਼ਨਲ ਲੈਵਲ 'ਤੇ ਦੇਖੀਏ ਤਾਂ PM ਮੋਦੀ ਦੇ ਨਾਲ ਵੀ ਅਜਿਹਾ ਹੀ ਕੁਝ ਹੋ ਰਿਹਾ। ਜਦੋਂ ਕੋਈ ਵੀ ਵੱਡਾ ਜਿਹੜਾ ਫੈਸਲਾ ਲੋਕਾਂ ਦੇ ਦਿਮਾਗ ਦੇ ਹਿਸਾਬ ਨਾਲ ਉਹਨਾਂ ਦੇ ਪੱਖ ਵਿੱਚ ਆਉਂਦਾ ਤਾਂ ਉਹ ਉਹਦੀ ਤਾਰੀਫ ਕਰਦੇ ਨੇ। ਜਦੋਂ ਹੁਣ ਕਰੋਨਾ ਕਾਲ ਦੇ ਵਿੱਚ ਪੰਜਾਬ, ਪੂਰਾ ਦੇਸ਼ ਜਲ ਰਿਹਾ, ਲੋਕ ਸੜਕਾਂ 'ਤੇ ਮਰ ਰਹੇ ਨੇ, ਬਾਹਰਲਾ ਮੀਡੀਆ ਬੁਰੀ ਤਰ੍ਹਾਂ ਜਿਹੜੀ ਇੰਡੀਆ ਦੀ ਸਰਕਾਰ ਆ ਉਹਨੂੰ ਧੋ ਰਿਹਾ ਜੇ ਆਪਾਂ ਗੱਲ ਕਰੀਏ ਸ਼ਬਦਾਂ ਦੇ ਵਿੱਚ, ਤਾਂ ਹੁਣ ਸਾਰਾ ਬਲੇਮ ਹੈ ਜਿਹੜਾ ਉਹ ਮੋਦੀ ਦੇ ਉੱਪਰ ਜਾ ਰਿਹਾ। ਕੈਪਟਨ ਸਰਕਾਰ ਦੇ ਉੱਪਰ ਹੀ, ਕੈਪਟਨ ਸਾਹਿਬ ਦੇ ਉੱਪਰ ਵੀ ਇਹੀ ਬਲੇਮ ਜਾਏਗਾ ਜੇਕਰ ਬਹਿਬਲ ਕਲਾਂ ਗੋਲੀकांड ਤੇ ਜਿਹੜਾ ਬੇਅਦਬੀ ਕਾਂਡ ਹੈ ਉਹਦੇ ਵਿੱਚ ਹੁਣ ਵੀ ਕੋਈ ਅੱਗੇ ਠੋਸ ਕਦਮ ਨਾ ਉਠਾਇਆ ਗਿਆ।
ਕੋਈ ਕਿਸੇ ਮਰਜ਼ੀ ਪਾਰਟੀ ਦੇ ਵਿੱਚ ਜਾਵੇ, ਕੋਈ ਕਿੱਥੋਂ ਮਰਜ਼ੀ ਚੋਣ ਲੜੇ, ਇਹਦਾ ਲੋਕਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸੰਬੰਧ ਹੈ ਕਿ ਸਾਨੂੰ ਚਾਹੀਦੇ ਹੈ ਰਿਜ਼ਲਟਸ, ਸਾਨੂੰ ਚਾਹੀਦੇ ਹੈ ਵੀ ਜਿਹੜੀ ਸਾਡੇ ਗੁਰੂ ਦੀ ਬੇਅਦਬੀ ਹੋਈ ਹੈ ਉਹਦੇ ਉੱਪਰ ਸਾਨੂੰ ਇਨਸਾਫ ਮਿਲੇ। ਸਿਆਸਤ ਸੀ, ਮੌਕੇ ਦੇ ਉੱਪਰ ਗੋਲੀ ਚੱਲੀ, ਬਾਅਦ ਦੀ ਗੱਲ ਹੈ, ਪਰ ਇੱਕ ਵਾਰੀ ਜਿਹੜੇ ਤੱਥ ਨੇ ਉਹ ਤਾਂ ਸਾਡੇ ਸਾਹਮਣੇ ਲਿਆਓ ਨਾ। ਮੇਰਾ ਨਾਮ ਬੋਨੀ ਬਿੰਦਰਾ, ਤੁਸੀਂ ਦੇਖ ਰਹੇ ਹੋ ਨਿਊਜ਼ ਏਸ਼ੀਆ ਪੰਜਾਬੀ। ਕੱਲ੍ਹ ਨੂੰ ਫੇਰ ਜੁੜਾਂਗੇ ਇੱਕ ਅਹਿਮ ਡਿਬੇਟ ਦੇ ਨਾਲ। ਉਦੋਂ ਤੱਕ ਦਿਓ ਮੈਨੂੰ ਇਜਾਜ਼ਤ। ਧੰਨਵਾਦ।